बिस्मिल्लाहिर्रहमानिर्रहीम। अस्सलाम वालेकुम नाज़रीन, मुअज़्ज़ज़ नाज़रीन इकराम, आप देख रहे हैं यूट्यूब चैनल फार्मिंग टिप्स और मैं हूं आपका मेज़बान फराज अब्बास। इस वक्त अली रज़ा साहब के भैंसों के ज़बरदस्त फार्म पर मौजूद हूं। माशाल्लाह 24 के करीब भैंसें हैं। 20-25 साल से अली रज़ा साहब भैंसों का कारोबार कामयाबी और बड़े अच्छे अंदाज से कर रहे हैं। तो आज की इस वीडियो में भैंसों के कारोबार के हवाले से मुकम्मल आगाही हासिल की जाएगी। भैंसों के कारोबार के हवाले से जितनी भी अहम मालूमात हैं उनसे पर्दा उठाया जाएगा। तो वीडियो को मुकम्मल लाजमी देखें, इंशाअल्लाह अज़्ज़ वजल फ़ायदा ज़रूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम भाई जन की हाल है? ठीक ठाक। भाई दा की ना है? अली रज़ा। अली रज़ा भाई, ये केड़ा इलाका है? इलाका चट्टा, जिला सियालकोट। सीलो जिला सियालकोट। हाँ जी। माशाल्लाह तुसी किन्ने साल तो जानवरों का काम करते हो पे? जनाब असी कोई 20 ਤੋਂ 22 साल करने हैं। ठीक है। ये मज्जां किस नस्ल दियां रखियां जी? जनाब लुड्डन नीली रावी ये रखियां। ठीक है। माशाल्लाह इस टाइम किन्ने जानवर ने? इस टाइम जनाब 24 ਤੋਂ 25 जानवर ਵੱਡੇ ਨੇ ਤੇ 14-15 ਛੋਟੇ ਬੱਚੇ ਨੇ। किन्ने जानवरों का काम शुरू किया ही? जनाब एक ਤੋਂ ਕੀਤਾ। एक तो किया ही। तो माशाल्लाह इस टाइम ਵੱਡੇ जानवर 24-25 ने। हाँ जी। ਇਹ 20-25 ਸਾਲ ਦੇ ਅਰਸੇ ਵਿੱਚ ਜਾਨਵਰ ਖਰੀਦੇ ਜਾਂ ਆਪਣੇ ਘਰ ਚੋਂ ਜਾਨਵਰਾਂ ਦੀ ਨਸਲ ਵਧੀ ਹੈ? नहीं खरीदे ने। ਖਰੀਦੇ ਨੇ। हाँ जी। ਮੰਡੀ ਚੋਂ ਖਰੀਦੇ ਹੋ ਜਾਂ ਪਿੰਡਾਂ ਚੋਂ ਖਰੀਦੇ ਹੋ? जनाब कुछ मंडी चों कुछ पिंडां चों कोई फवारियां डेरियां ਤੋਂ आए। ਤੁਹਾਡਾ ਤਜਰਬਾ ਕਿਹਦਾ ਰਿਹਾ? ਮੰਡੀ 'ਚ ਜਾਨਵਰ ਅੱਛਾ ਮਿਲਦਾ, ਪਿੰਡਾਂ ਚੋਂ ਜਾਂ ਡੇਰਿਆਂ ਚੋਂ? डेरियां ਤੋਂ चाहते। ਡੇਰੇ ਠੀਕ ਰਹਿੰਦੇ ਨੇ? हाँ जी। ਮੰਡੀਆਂ ਵਿੱਚ ਕੋਈ ਦਾਅ ਦਫਾ ਲੱਗਦਾ ਹੈ? हाँ जी। ਤੁਸੀਂ ਸਭ ਤੋਂ ਚੰਗੀ ਮੱਝ ਕਿਹੜੀ ਨਸਲ ਦੀ ਮੱਝ ਨੂੰ ਕਹਿੰਦੇ ਹੋ? लुड्डन ते नीली ते पूरा बिहाड़ी। ਇਹ ਚੰਗੀਆਂ ਨਸਲਾਂ ਨੇ। हाँ जी। काड़ा। ਲੁੱਡਨ, ਨੀਲੀ ਰਾਵੀ हाँ जी। ਤੇ ਓਕਾੜਾ। हाँ जी। ਇਹਨਾਂ ਤੋਂ ਟਾਪ 1 ਕਿਹੜੀ ਹੈ ਤਿੰਨਾਂ ਚੋਂ ਨਸਲਾਂ ਚੋਂ? इन्हें एक चीचा वतनी ते काड़ा। ਇਹ ਸਹੀ ਨੇ। हाँ जी। ਠੀਕ ਹੈ। ਚੰਗੀ ਮੱਝ ਦੀ ਕੀ ਖੂਬੀ ਜਾਂ ਪਹਿਚਾਣ ਹੁੰਦੀ ਹੈ? ਆਮ ਬੰਦੇ ਨੂੰ ਕਿੰਜ ਪਤਾ ਲੱਗੇਗਾ ਕਿ ਇਹ ਮੱਝ ਚੰਗੀ ਹੈ, ਜ਼ਿਆਦਾ ਦੁੱਧ ਦੇਦੀ? ਉਹਦੇ ਕੋਈ ਸਿੰਘ ਬਹਾਨਾ ਕਿਸ ਕਿਸਮ ਦਾ ਹੁੰਦਾ ਹੈ? ना बहाना पिछड़ा होना चाहिए, चादर ज़्यादा खुला होना चाहिए। मतलब नस्ल का पता लग जाता। अगों बूटी पतली होनी चाहिए। ठीक है। सिंग खुला होना चाहिए। जिसम का बिल्कुल पतला होना चाहिए। ठीक हो गया। ਉਹ ਮੱਝ ਦੁੱਧ ਜ਼ਿਆਦਾ ਦੇਦੀ? हाँ जी। ਚੰਗੀ ਮੱਝ ਕਿੰਨੇ ਕੁ ਦੀ ਮਿਲ ਜਾਂਦੀ ਹੈ? चंगी जनाब दे चंगी दुध 14-15 सिर देने वाली 2.5 ਤੋਂ 3 ਲੱਖ तक रहेगा। ਠੀਕ ਹੈ। ਕੁਛ ਮੱਝਾਂ ਦੀ ਕੀਮਤ ਕਮ ਹੁੰਦੀ ਹੈ, ਕੁਛ ਹਾਂਜੀ। ਮੱਝਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। हाँ जी। ਇਹ ਰੇਟ ਤੁਸੀਂ ਨਸਲ ਤੇ ਡਿਪੈਂਡ ਕਰਦਾ ਹੈ ਜਾਂ ਦੁੱਧ ਦੀ ਪੈਦਾਵਾਰ ਤੇ ਡਿਪੈਂਡ ਹੁੰਦਾ दुध ਹੈ? भी करता है, नस्ल भी करता है। ਅੱਛਾ, ਜਿਹੜੀ ਮੱਝ ਦੁੱਧ ਜ਼ਿਆਦਾ ਦੇਦੀ ਉਹਦਾ ਰੇਟ ਜ਼ਿਆਦਾ ਹੈ, ਹਾਂਜੀ। ਨਸਲ ਚੰਗੀ ਹੋਏਦੀ ਉਹਦਾ ਰੇਟ ਵੀ ਜ਼ਿਆਦਾ ਹੈ। हाँ जी। 10 ਕਿਲੋ ਦੁੱਧ ਦੇਣ ਵਾਲੀ ਮੱਝ ਕਿੰਨੇ ਕੁ ਦੀ ਮਿਲ ਜਾਂਦੀ ਹੈ? वो जनाब लगे थी 80 ਤੋਂ 90 ਲੱਖ ਹਜ਼ਾਰ ਤੱਕ। 1,80,90,000। ਠੀਕ ਹੈ ਭਾਈ, ਇਹ ਦੱਸੋ ਤੁਹਾਡੇ ਕੰਮ ਵਿੱਚ ਜ਼ਿਆਦਾਤਰ ਕਿਹੜੇ ਮਸਾਇਲ ਹੁੰਦੇ ਨੇ? ਤੁਹਾਡੇ ਜ਼ਿਆਦਾ ਦੋਧੀਆਂ ਦੇ ਨਾਲ ਦਾ ਮਸਲਾ ਬਈ ਦੁੱਧ ਦਾ ਰੇਟ ਜ਼ਿਆਦਾ ਹੋਣਾ ਚਾਹੀਦਾ। ਮਸਲਨ ਬੰਡੇ ਨਾਲ ਪੱਠੇ ਦਾ ਵਿਆਹ ਹਿਸਾਬ। ਠੀਕ ਹੈ। ਦੁੱਧ ਦਾ ਰੇਟ ਤੁਹਾਨੂੰ ਕਮ ਮਿਲਦਾ ਪਿਆ? ਹਾਂਜੀ। ਕੀ ਰੇਟ ਹੈ ਦੁੱਧ ਦਾ? ਹੁਣ 80 ਤੋਂ 85 ਰੁਪਏ ਜਾ ਰਿਹਾ। ਦੁੱਧ ਹੀ ਨੂੰ ਦੇ ਰਹੇ ਹੋ? ਹਾਂਜੀ। ਤੁਸੀਂ ਘਰ ਵਾਲਿਆਂ ਨੂੰ ਜਾਂ ਖੁਦ ਕਿਉਂ ਨਹੀਂ ਸੇਲ ਕਰਦੇ? ਰੇਟ ਜ਼ਿਆਦਾ ਮਿਲੇ? ਇੰਨਾ ਟਾਈਮ ਹੀ ਨਹੀਂ। ਅੱਛਾ, ਟਾਈਮ ਦੀ ਕਮੀ ਦੀ ਵਜ੍ਹਾ ਤੋਂ ਤੁਸੀਂ ਦੁੱਧੀਆਂ ਨੂੰ ਜਿਹੜਾ ਨਾ ਸੇਲ ਕਰਦੇ ਹੋ? ਹਾਂਜੀ। ਠੀਕ ਹੈ। ਮਾਸ਼ਾਅੱਲਾ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਤਕਰੀਬਨ ਸਾਰੇ ਦੇ 24-25 ਲੱਖ ਦੇ ਦੁੱਧ ਦੇ। ਠੀਕ ਹੈ। ਫਰੈਸ਼ ਨੇ ਸਾਰੇ ਕਿ ਕੁਛ ਨੂੰ ਟਾਈਮ ਹੋ ਗਿਆ ਸੋਇਆ? ਨਹੀਂ, ਕੁਛ ਫਰੈਸ਼ ਨੇ, ਕੋਈ ਨੂੰ ਟਾਈਮ ਹੋ ਗਿਆ ਸੀ। 24 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਹੋ ਜਾਂਦਾ? 4.5 ਮਣ। ਇੱਕ ਟਾਈਮ ਦਾ, 2 ਟਾਈਮਾਂ ਦਾ? 4.5 ਮਣ। ਠੀਕ ਹੈ। ਤਕਰੀਬਨ 180 ਕਿਲੋ ਦੁੱਧ ਹੈ। ਹਾਂਜੀ। ਇਹ 23-24 ਜਾਨਵਰਾਂ ਦਾ? ਹਾਂਜੀ। ਠੀਕ ਹੈ। ਮਾਸ਼ਾਅੱਲਾ। ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸੋ। ਚਵਾਈ ਦਾ ਟਾਈਮ ਦੱਸੋ। ਚਵਾਈ ਦਾ ਟਾਈਮ ਹੈ ਸਵੇਰ ਸਾਡਾ 4:30 ਤੋਂ ਲਾ ਕੇ 6 ਵਜੇ ਤੱਕ ਜੀ। ਸ਼ਾਮੀ ਹੁਣ 3:30 ਹੋ ਗਏ ਨੇ। 3:30 ਤੋਂ ਲਾ ਕੇ 4:30 ਪੌਣੇ 5 ਤੱਕ। ਠੀਕ ਹੈ। ਠੀਕ ਤੇ ਹੈ। ਖੁਰਾਕ ਵਿੱਚ ਕੀ ਦਿੰਦੇ ਹੋ ਸਵੇਰ, ਦੁਪਹਿਰ, ਸ਼ਾਮ? ਖੁਰਾਕ ਸਾਡਾ ਸਵੇਰ ਵੇ 9 ਵਜੇ ਵਿਚਾਰਾ ਹਰਾ ਡਾਲ ਦੇਣਾ। ਠੀਕ ਹੈ। ਸ਼ਾਮ ਤੱਕ ਰੋਜ਼ ਚੱਲਣਾ। ਸਵੇਰ ਦੀ ਚਾਰਾ ਵਾ ਤੂੜੀ ਪਾਣੀ ਲਗਾ, ਤੂੜੀ ਦਾ ਵੰਡਾ। ਇਹ ਸ਼ਾਮ ਨੂੰ? ਨਹੀਂ, ਆ ਹੁਣ ਡੰਗਰ ਥੋੜ੍ਹ ਜਿਹਾ ਖਾ ਕੇ ਪੱਠੇ ਕੋਲ ਸਵੇਰੇ ਪਾਉਣਾ, ਤੂੜੀ ਵੰਡਾ ਪਾਉਣਾ ਤੇ ਸਵੇਰ ਡੰਗਰ ਉੱਤੇ ਆਉਣੇ ਵਾਪਸ। ਰੋਜ਼ਾਨਾ ਦਾ ਇੱਕ ਜਾਨਵਰ ਕਿੰਨਾ ਸਬਜ਼ ਚਾਰਾ ਖਾਈ ਜਾਂਦਾ ਹੈ? ਸਬਜ਼ ਚਾਰਾ ਮਣ ਤੋਂ 1.5 ਮਣ ਖਾ ਲੈਂਦਾ। ਤੇ ਤੂੜੀ ਵੰਡਾ ਕਿੰਨਾ? ਤੂੜੀ ਵੰਡਾ 10 ਤੋਂ 15 ਕਿਲੋ। ਇਹ ਇੱਕ ਜਾਨਵਰ ਨੂੰ ਕਿੰਨਾ ਵੰਡਾ ਖਿਲਾਉਂਦੇ ਹੋ?
ਵੰਡਾ ਤਕਰੀਬਨ ਇੱਕ ਜਾਨਵਰ ਦੋਵਾਂ ਟਾਈਮਾਂ ਦਾ 6 ਤੋਂ 7 ਸਿਰ ਅਸੀਂ ਉਹ ਦੂਜਾ ਪਾ ਰਹੇ ਹਾਂ ਉਹ ਨੈਸ਼ਨਲ ਰੈਡੀਮੇਡ। ਹਾਂਜੀ ਇਹ ਤੁਸੀਂ ਤਿਆਰਸ਼ੁਦਾ ਵੰਡਾ ਇਸਤੇਮਾਲ ਕਰਦੇ ਹੋ ਪਏ ਖੁਦ ਨਹੀਂ ਤਿਆਰ ਕਰਦੇ? ਨਹੀਂ ਤਿਆਰਸ਼ੁਦਾ ਬਿਹਤਰ ਰਹਿੰਦਾ ਕਿ ਖੁਦ ਤਿਆਰ ਕਰਨਾ ਬਿਹਤਰ ਹੈ? ਤਿਆਰਸ਼ੁਦਾ ਹੈ ਕਿ ਨਾਲ ਇੰਨਾ ਦੱਸਿਆ ਟਾਈਮ ਹੀ ਨਹੀਂ ਗਾ ਸਾਡੇ ਕੋਲ ਨਾਲ ਦਾ ਤਿਆਰਸ਼ੁਦਾ ਲਿਆਈਦਾ ਦੁਕਾਨਾਂ ਤੋਂ ਲਿਆ ਕੇ ਪਾ ਰਹੇ। ਠੀਕ ਹੋ ਗਿਆ। ਜ਼ਮੀਨ ਆਪਣੀ ਹੈ ਕਿ ਤੁਸੀਂ ਪੱਠੇ ਮੁੱਲ ਲੈ ਰਹੇ ਹੋ? ਨਹੀਂ ਜ਼ਮੀਨ ਆਪਣੀ ਹੈ ਸਾਡੀ। ਮਾਸ਼ਾਅੱਲਾ 24 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੀ? ਜਨਾਬ ਹਾਂ 7 ਪੈਲੀਆਂ ਕਾਸ਼ਤ ਕੀਤੀ ਹੈ। 7 ਪੈਲੀਆਂ? ਹਾਂਜੀ 7 ਪੈਲੀਆਂ ਕਾਫੀ ਨੇ? ਬਹੁਤ ਜ਼ਿਆਦਾ ਨੇ। ਤੁਹਾਡੇ ਸ਼ੈਡ ਦੀ ਕਿੰਨੀ ਲੰਬਾਈ ਹੈ? ਇਹ 102 ਫੁੱਟ ਲੰਮੀ ਤੇ ਚੌੜਾਈ? ਚੌੜਾਈ ਇਹ 14 ਫੁੱਟ। 102 ਫੁੱਟ ਲੰਬਾਈ ਤੇ 14 ਫੁੱਟ ਚੌੜਾਈ। ਹਾਂਜੀ ਇਹਦੇ ਵਿੱਚ ਕਿੰਨੇ ਜਾਨਵਰ ਆਈ ਜਾਂਦੇ ਨੇ? ਇਹ ਜਨਾਬ ਬੱਚੇ ਨੇ ਜਾਨਵਰ ਇਸ ਟਾਈਮ 24 ਤੋਂ 25 ਜਾਨਵਰ ਬੱਚੇ ਨੇ ਇਸ ਟਾਈਮ। ਤੇ ਇਸ ਤੋਂ ਜ਼ਿਆਦਾ ਵੀ ਆ ਸਕਦੇ ਨੇ? ਜ਼ਿਆਦਾ ਵੀ ਆ ਸਕਦੇ ਨੇ ਆਪੀ ਯਾਨੀ ਕਿ ਈਜ਼ੀ ਹੋ ਕੇ ਰਹਿਣ। ਹਾਂਜੀ ਠੀਕ ਹੈ। ਕਿੰਨੇ ਸਾਲ ਪਹਿਲੇ ਇਹ ਸ਼ੈਡ ਬਣਾਇਆ ਹੈ? ਇਹ ਦੇ ਨਾਲ ਇਹ ਸਾਲ ਪਹਿਲਾਂ ਬਣਿਆ ਤੇ ਪਿਛਲਾ ਵੀ ਉਹ ਕਨਾਲ ਦਾ ਤਕਰੀਬਨ 10 ਤੋਂ 12 ਸਾਲ ਤੋਂ ਪਿਛਲਾ ਬਣਿਆ ਹੋਵੇ ਤੇ ਨਾਲ ਵੀ ਹੁਣ ਦੁਆਰ ਨਹੀਂ ਕੱਢ ਛੜੀ ਮੇਕੀ ਹੋ ਗਈ। ਠੀਕ ਹੈ। ਯਾਨੀ 2 ਸ਼ੈਡ ਨੇ, ਇੱਕ ਪੁਰਾਣਾ ਹੈ ਇੱਕ ਆ ਫਰੈਸ਼ ਹੈ। ਹਾਂਜੀ ਇਹ ਜਿਹੜਾ ਨਵਾਂ ਹੈ ਇਹਦੇ ਤੇ ਕਿੰਨਾ ਖਰਚਾ ਆਇਆ? ਇਹ ਜਨਾਬ ਇਹ ਤਾਂ ਆਇਆ ਕਨਾਲ ਦਾ ਤਕਰੀਬਨ 6 ਤੋਂ 7 ਲੱਖ ਰੁਪਏ। 6 ਤੋਂ 7 ਲੱਖ। ਆਦੀ ਲੰਬਾਈ ਕਿੰਨੀ ਹੈ ਨਵੇਂ ਦੀ? ਇਹਦੀ ਜੇ 52 ਫੁੱਟ। 52 ਫੁੱਟ। ਠੀਕ ਹੈ। ਪਿਛਲੇ ਦੀ 50 ਫੁੱਟ ਹੈ। ਹਾਂਜੀ ਅਜੇ ਦੀ 52 ਫੁੱਟ ਲੰਬਾਈ ਹੈ ਤੇ 14 ਫੁੱਟ ਚੜਾਈ ਹੈ। ਦੋਵਾਂ ਦੀ ਕੋਈ ਨਹੀਂ ਕਨਾਲ ਦਾ ਮਸਾ ਚੜਾਈ ਜੀ ਚੜਾਈ ਸੇਮ ਹੈ, ਲੰਬਾਈ 'ਚ ਫਰਕ ਹੈ। ਇਹਦਾ 6-7 ਲੱਖ ਖਰਚਾ ਆਇਆ। ਹਾਂਜੀ ਠੀਕ ਹੋ ਗਿਆ। ਸ਼ੈਡ ਪੱਕਾ ਹੋਣਾ ਚਾਹੀਦਾ ਕਿ ਕੱਚਾ ਬਿਹਤਰ ਰਹਿੰਦਾ ਹੈ? ਨਹੀਂ ਪੱਕਾ ਠੀਕ ਹੈ। ਪੱਕਾ ਠੀਕ ਹੈ। ਗਰਮੀ ਵਿੱਚ ਹੀਟ ਅਪ ਨਹੀਂ ਹੁੰਦਾ? ਨਹੀਂ ਤੇ ਪੱਕਾ ਹੀ ਧਰੋ ਜਾਓ, ਪੱਖੇ ਚੱਲਦੇ ਨੇ। ਠੀਕ ਹੈ। ਪੰਖੇ ਚੱਲਦੇ ਨੇ ਫਿਰ। ਇਹ ਅੰਨੇ ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲ ਲੈਂਦੇ ਹੋ? ਅਸੀਂ ਜਨਾਬ ਆ ਬੰਦੇ 2 4 6 ਬੰਦੇ ਆ। ਇਹ ਕੁਛ ਮੁਲਾਜ਼ਮ ਹੀ ਨੇ ਕਿ ਆਪ ਹੀ? 2 ਮੁਲਾਜ਼ਮ। ਮੁਲਾਜ਼ਮ ਦੀ ਕੀ ਤਨਖਾਹ ਹੈ? ਮੁਲਾਜ਼ਮ ਜਨਾਬ 14 ਤੋਂ 15,000 ਰੁਪਏ ਮੁਲਾਜ਼ਮ ਤਨਖਾਹ ਵੇ। ਰੋਟੀ ਕੱਪੜਾ ਸਾਡਾ ਸਿਰਫ ਤਨਖਾਹ। ਕਿਸ ਇਲਾਕੇ ਦੇ ਮੁਲਾਜ਼ਮ ਬਿਹਤਰ ਨੇ? ਇਹ ਚੇਚਾ ਵਤਨੀ ਦੇ ਮੁਲਾਜ਼ਮ ਟਿਕ ਜਾਂਦੇ ਨੇ, ਨੱਠਦੇ ਤੇ ਨਹੀਂ? ਨਹੀਂ ਕਿਉਂਕਿ ਇਸ ਤੋਂ ਪਹਿਲੇ ਕਾਫੀ ਵੀਡੀਓ ਬਣਾਈਆਂ ਨੇ, ਲੋਕ ਕਈ ਕਹਿੰਦੇ ਨੇ ਕਿ ਮੁਲਾਜ਼ਮ ਨਹੀਂ ਟਿਕਦੇ ਹੈ। ਉਹ ਲੋਕਾਂ ਦਾ ਗੁਨਾਹ ਹੁੰਦਾ, ਆਪਣਾ ਕੋਈ ਨਹੀਂ। ਮੁਲਾਜ਼ਮ ਆਪਣੇ ਹੱਥ ਵਾਸ ਹੁੰਦਾ ਵੇ, ਸਹੀ ਤਾਵਨ ਕਰੋ। ਮੁਲਾਜ਼ਮ ਬੜਾ ਚਿਰ ਵੀ ਕੱਢ ਜਾਂਦੇ ਨੇ। ਠੀਕ ਹੈ। ਜਦੋਂ ਕਿਸੇ ਨਾਲ ਤਾਵਨ ਨਹੀਂ ਬੰਦਾ ਸਹੀ ਕਰਨਾ, ਉਹ ਕਿਸੇ ਕੱਢਣਾ ਨਹੀਂ, ਦਿਹਾੜੀ ਵੀ ਨਹੀਂ ਰਹਿਣਗੇ, ਟੁੱਟ ਜਾਣਾ। ਠੀਕ ਹੈ। ਯਾਨੀ ਕਿ ਆਪਣਾ ਹਲਾਕ ਅੱਛਾ ਹੋਣਾ ਚਾਹੀਦਾ, ਤਾਵਨ ਅੱਛਾ ਕਰੋ। ਹਾਂਜੀ ਠੀਕ ਹੋ ਗਿਆ। ਮਾਸ਼ਾਅੱਲਾ ਭਾਈ ਤੁਸੀਂ ਮੁਲਾਜ਼ਮ ਵੀ ਰੱਖੇ ਨੇ, ਆ ਕੰਮ ਕਰਦੇ ਹੋ ਪਏ, ਬੜਾ ਅਹਿਮ ਸਵਾਲ ਹੈ। ਤੁਹਾਨੂੰ ਇਹ ਕੰਮ ਵਿੱਚੋਂ ਕੋਈ ਬੱਚਤ ਵੀ ਹੋ ਰਹੀ ਹੈ ਤੇ ਕੀ ਹੋ ਰਹੀ ਹੈ? ਜਨਾਬ ਬੱਚਤ ਬਹੁਤ ਜ਼ਿਆਦਾ ਨਾਲ ਦਾ। ਠੀਕ ਹੈ। ਉਹ ਮਹਿੰਗਾਈ ਦੇ ਹਿਸਾਬ ਬੱਚਤ ਠੀਕ ਹੈ। ਤੋਂ ਵੱਧ ਬੱਚਤ ਆ ਜਾਏਗੀ ਇੰਸ਼ਾਅੱਲਾ। ਵੱਡਾ ਗੰਡਾ ਪਾ ਕੇ। ਇੱਕ ਟਾਈਮ ਐਸਾ ਵੀ ਹੁੰਦਾ ਕਿ ਮੱਝ ਬਿਲਕੁਲ ਦੁੱਧ ਨਹੀਂ ਦਿੰਦੀ। ਹਾਂਜੀ ਉਹ ਦਾ ਹੀ ਖਰਚਾ ਹੁੰਦਾ ਹੈ। ਹਾਂਜੀ ਉਹ ਜਿਹੜਾ ਉਹਨੇ ਪਹਿਲੇ ਸੂਬੇ 'ਚ ਬੱਚਾ ਦਿੱਤਾ ਹੁੰਦਾ ਹੈ, ਹਾਂਜੀ ਉਹ ਜਿਹੜਾ ਮੱਝ ਦਾ ਡਰਾਈ ਪੀਰੀਅਡ ਉਹ ਬੱਚਾ ਉਹਦਾ ਖਰਚਾ ਪੂਰਾ ਕਰ ਜਾਂਦਾ ਕਿ ਨਹੀਂ? ਉਹ ਕਰ ਜਾਂਦਾ ਜਨਾਬ। ਇੱਕ ਸੂਬੇ 'ਚ ਹੀ ਮੱਝ ਦੇ ਨਾਲ ਆਪਣਾ ਪੈਸੇ ਅੱਧੇ ਮੁਕਾਈ ਜਾਂਦੀ ਹੈ, ਨਾਲ ਬੱਚਾ ਤਿਆਰ ਹੋਈ ਹੈ ਤੇ ਮਤਲਬ ਮੱਝ ਦਾ ਕਲੀਅਰ ਹੋ ਜਾਂਦਾ ਹੈ। ਠੀਕ ਹੋ। ਜਿਹੜਾ ਡਰਾਈ ਪੀਰੀਅਡ ਹੈ। ਹਾਂਜੀ ਠੀਕ ਹੋ ਗਿਆ। ਮੱਝਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਜ਼ਿਆਦਾਤਰ ਇਹਨਾਂ ਨੂੰ ਇਹ ਬਿਮਾਰੀ ਬੁਖਾਰ ਹੋ ਜਾਣਾ ਜਾਂ ਬਗਾਲੀ ਵੀ ਰੁਕ ਜਾਣੀ, ਇਹ ਬਿਮਾਰੀ ਹੋ ਰਹੀ। ਹੋਰ ਦੂਜੀਆਂ ਬਿਮਾਰੀਆਂ ਆਮ ਹੋਣੀਆਂ। ਕਿੰਜ ਪਤਾ ਲੱਗੇਗਾ ਕਿ ਮੱਝ ਨੂੰ ਬੁਖਾਰ ਹੋ ਗਿਆ? ਬੁਖਾਰ ਹੈ ਪੱਠੇ ਛੱਡ ਜਾਂਦੀ ਹੈ ਨਾਲ ਦਾ ਨਿੰਮੂ ਝਾਣ ਹੋਈ ਜਾਂਦੀ, ਕੋਰੇ ਦੀ ਪਿਛਾਂਟ ਕੇ ਪੱਠੇ ਨਾ ਖਾਏ ਦੇ। ਤੇ ਬੁਖਾਰ ਦਾ ਕੋਈ ਦੇਸੀ ਇਲਾਜ ਕਰਦੇ ਹੋ? ਨਹੀਂ ਡਾਕਟਰੀ ਕਰੀਦਾ, ਅਸੀਂ ਆਪ ਹੀ ਕਰ ਲੈਂਦੇ ਹਾਂ। ਠੀਕ ਹੈ। ਜਾਨਵਰਾਂ ਨੂੰ ਸਾੜੂ ਚੰਦਰੀ ਵਗੈਰਾ ਦਾ ਮਸਲਾ ਵੀ ਹੁੰਦਾ ਹੈ, ਉਹਦਾ ਕੋਈ ਦੇਸੀ ਹੱਲ ਹੈ ਤੁਹਾਡੇ ਕੋਲ? ਉਹਦਾ ਸਾਡਾ ਕੋਲ ਨਹੀਂ। ਨਾਲ ਚੰਦਰੀ ਪਾਈ ਉਹਦਾ ਇਲਾਜ ਹੀ ਕੋਈ ਨਹੀਂ। ਅੱਛਾ। ਉਹਦਾ ਇਲਾਜ ਕੋਈ ਨਹੀਂ। ਸਾੜੂ ਦਾ ਹੈ ਵੇ, ਚੰਦਰੀ ਦਾ ਇਲਾਜ ਕੋਈ। ਚੰਦਰੀ ਭੈਣ ਦੀ ਕੀ ਵਜ੍ਹਾ ਹੁੰਦੀ ਹੈ? ਚੰਦਰੀ ਜ਼ਹਿਰਬਾਦ ਦੇ ਮਸਲਾ ਹੁੰਦਾ ਵੇ, ਉਹ ਰਾਤੋਂ ਰਾਤ ਹੀ ਪੈ ਜਾਂਦੀ। ਉਹ ਸਾਰਾ ਬਹਾਨਾ ਵੀ ਲੈ ਜਾਂਦੀ ਹੈ, ਇੱਕ ਤੁਹਾਨੂੰ ਪਵੇ ਇੱਕ ਵੀ ਲੈ ਜਾਂਦੀ। ਉਹ ਇਹ ਮਸਲਾ ਹੁੰਦਾ। ਤੇ ਸਾੜੂ ਦੀ ਕੀ ਵਜ੍ਹਾ ਹੈ? ਸਾੜੂ ਮੂੰਹ ਦੇ ਅੱਗੇ ਪੈਂਦਾ। ਮੂੰਹ ਦੇ ਅੱਗੇ। ਠੀਕ ਹੈ। ਜਿਹੜੇ ਜਾਨਵਰ ਸੂਣ ਵਾਲੇ ਹੁੰਦੇ ਨੇ ਉਹਨਾਂ ਦੀ ਕੋਈ ਖਾਸ ਸੇਵਾ ਜਾਂ ਇਹਤਿਆਤ ਵੀ ਕਰਦੇ ਹੋ? ਹਾਂਜੀ ਸੇਵਾ ਉਹਨਾਂ ਦੀ ਜ਼ਿਆਦਾ ਬਹੁਤ ਇੱਕ ਨਾਲ ਦਾ ਸੇਵਾ ਹੈ। ਨਾਲ ਦਾ ਨਹਾਉਣਾ ਪੈਂਦਾ ਟਾਈਮ ਨਾਲ, ਜ਼ਿਆਦਾ ਨਾਲ ਦਾ ਗੰਡਾ ਕੰਮ ਪਾਉਣਾ ਪੈਂਦਾ, ਨਾਲ ਘਿਓ ਵਗੈਰਾ ਹੀ ਸ਼ਾਮਾਂ ਦੇਣੀਆਂ ਪੈਂਦੀਆਂ ਸੂਣਾ ਜਿਹਾ। ਠੀਕ ਹੈ। ਘਿਓ ਗਰਮੀ 'ਚ ਦਿੰਦੇ ਹੋ ਕਿ ਸਰਦੀ 'ਚ ਦਿੰਦੇ ਹੋ? ਇਹ ਘਿਓ ਗਰਮੀ 'ਚ, ਤੇਲ ਵਗੈਰਾ ਸਿਆਲ 'ਚ ਘਿਓ। ਸਿਆਲ 'ਚ ਘਿਓ। ਹਾਂਜੀ। ਸੂਣ ਵਾਲੇ ਮੱਝ ਨੂੰ ਕਿੰਨਾ ਕੁ ਘਿਓ ਜਾਂ ਤੇਲ ਦੇਣਾ ਚਾਹੀਦਾ? ਸੂਣ ਵਾਲੀ ਮੱਝ ਨੂੰ ਕਿੰਨਾ ਉਹ ਤੁਹਾਡੇ ਠੀਕ ਹੋਏ ਉਹਨਾਂ ਦੇ ਲਓ 4-5 ਕਿੰਨਾ ਦੋ ਉਨੀ ਤੁਹਾਡਾ ਕੋਈ ਦੁੱਧ ਦੀ ਐਵਰੇਜ ਜ਼ਿਆਦਾ ਦੇ ਦੀ। ਠੀਕ ਹੈ। ਜਿਹੜੀ ਮੱਝ ਜੱਟਾਂ ਨਹੀਂ ਸੁੱਟਦੀ ਉਹਦਾ ਕੋਈ ਦੇਸੀ ਹੱਲ ਹੈ ਜੀ? ਉਹਦਾ ਹੈ ਵੇ ਲੂਣ ਤੇ ਗੁੜ ਕੁੱਟ ਕੇ ਦਵੋ ਤੇ ਸੁੱਟ ਛੱਡਦੀ ਹੈ। ਲੂਣ ਤੇ ਗੁੜ। ਹਾਂਜੀ। ਠੀਕ ਹੈ। ਜ਼ਿਆਦਾ ਫਾਇਦਾ ਮੱਝਾਂ ਦੇ ਕਾਰੋਬਾਰ 'ਚ ਵੀ ਜਾਂ ਗਾਵਾਂ ਦੇ ਕਾਰੋਬਾਰ 'ਚ ਵੀ? ਸਾਨੂੰ ਮੱਝਾਂ 'ਚ ਬਿਹਤਰ ਆਇਆ ਵੇ ਨਾਲ ਦਾ। ਗਾਈਆਂ 2-3 ਹੀ ਰੱਖੀਆਂ ਨੇ ਵਿੱਚ ਬਸ, ਉਹ ਠੀਕ ਹੈ। ਵਿੱਚ ਆਪਣੇ ਘਰ ਦੀਆਂ। ਮਾਸ਼ਾਅੱਲਾ ਮੈਂ ਵੇਖਣਾ ਪਿਆ ਕਿ ਤੁਸੀਂ ਇੱਕ ਲੈਦਾ ਖੁਰਲੀ ਬਣਾਈ, ਉੱਥੇ ਛੋਟੇ ਜਾ ਵੀ ਬੰਨੇ ਨੇ। ਹਾਂਜੀ। ਜਾ ਪਾਲਦੇ ਹੋ ਕਿ ਛੋਟੀ ਉਮਰ 'ਚ ਸੇਲ ਕਰ ਦਿੰਦੇ ਹੋ? ਨਹੀਂ ਅਸੀਂ ਮਸਲਨ 2 ਸਾਲਾਂ ਦਾ ਕਰਕੇ ਵੇਚ ਦਿੰਦੇ ਹਾਂ।
2 ਸਾਲ ਦਾ ਕਰਕੇ। ਹਾਂਜੀ 2 ਸਾਲ ਦਾ ਕੱਟਾ ਕਿੰਨੇ ਦਾ ਵਿਕਦਾ ਤੇ ਕੱਟੀ ਕਿੰਨੇ ਦੀ ਵਿਕਦੀ ਹੈ? ਕੱਟੀ ਦਾ ਰੇਟ ਜ਼ਿਆਦਾ ਹੈ ਕਿਨਾਂ ਦਾ, ਕੱਟੀ 30,000 ਦੀ 25-30,000 ਦੀ ਤੇ ਕੱਟਾ 24-25-22 ਦਾ ਇੱਥੇ ਥੱਲੇ ਹੁੰਦਾ, ਕੱਟੀ ਦਾ ਰੇਟ ਜ਼ਿਆਦਾ ਹੁੰਦਾ। ਠੀਕ ਹੈ। ਤੁਸੀਂ ਆਪਣੇ ਜਾਨਵਰਾਂ ਵਾਸਤੇ ਝੋਟਾ ਆਪਣਾ ਰੱਖਿਆ ਕਿ ਇਹਨਾਂ ਨੂੰ ਟੀਕਾ ਲਗਵਾਉਂਦੇ ਹੋ? ਨਹੀਂ ਉਹ ਆਪਣਾ ਰੱਖਿਆ। ਆਪਣਾ ਰੱਖਿਆ, ਹਾਂਜੀ ਉਹ ਫਾਇਦਾ ਹੈ। ਹਾਂਜੀ ਠੀਕ ਹੈ। ਅਗਰ ਇੱਕ ਮੱਝ ਹੀਟ ਵਿੱਚ ਨਹੀਂ ਹੁੰਦੀ ਹਾਂਜੀ। ਉਹਦਾ ਵੀ ਕੋਈ ਦੇਸੀ ਹੱਲ ਕਰਦੇ ਹੋ ਕਿ ਨਹੀਂ? ਨਹੀਂ ਉਹਦਾ ਕੋਈ ਪਤਾ ਨਹੀਂ ਲੱਗਦਾ, ਝੋਟਾ ਵਿੱਚ ਇੱਕ ਨਾਲ ਦਾ ਆਪੇ ਆ ਲੱਭ ਲੈਂਦਾ ਤੇ ਹੀਟ ਹੀ ਹੁੰਦੀ ਹੈ ਜਿਹੜੀ ਨਹੀਂ ਹੁੰਦੀ। ਆਹ ਸਹੀ ਗੱਲ ਹੈ। ਠੀਕ ਹੈ। ਮਾਸ਼ਾਅੱਲਾ ਭਾਈ ਤੁਸੀਂ ਕਾਫੀ ਜ਼ਿਆਦਾ ਗੱਲਾਂ ਦੱਸੀਆਂ ਨੇ। ਹਾਂਜੀ ਆਖਰੀ ਗੱਲ ਦੇ ਤੌਰ ਤੇ ਆ ਦੱਸੋ, ਅਗਰ ਕੋਈ ਭਰਾ ਹੈ ਕੰਮ ਕਰਨਾ ਚਾਹੁੰਦਾ ਹੈ ਹਾਂਜੀ ਤੁਸੀਂ ਉਹਨੂੰ ਕੀ ਮਸ਼ਵਰਾ ਦਿਓ? ਤੁਸੀਂ ਤਕਰੀਬਨ 20 ਸਾਲ ਤੋਂ ਇਹ ਕੰਮ ਕਰਦੇ ਹੋ ਪਏ। ਉਹ ਮਸ਼ਵਰਾ ਇਹ ਕਨਾਲ ਦਾ ਉਹ ਕਰਿਆ ਕੰਮ, ਕਨਾਲ ਦਿਲ ਖੋਲ ਕਰੇ ਕੰਮ। ਠੀਕ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰੇ? ਉਹ ਇਹ ਬਿਹਤਰ ਉਹ ਲਿਆ ਹੀ 1-2 ਤੋਂ ਸ਼ੁਰੂ ਕਰੇ, ਆਸਤਾ ਆਸਤਾ ਆਪਣੀ ਐਵਰੇਜ ਵਧਾਈ ਆਵੇ ਕਨਾਲ ਦਾ। ਜਿਉਂ ਤਜਰਬਾ ਹੀ ਜਾਏਦਾ। ਹਾਂਜੀ ਮੱਝਾਂ ਕਿਹੜੀਆਂ ਬਿਹਤਰ ਰਹਿੰਦੀਆਂ, ਸਜਰੀਆਂ ਸੂਈਆਂ, ਫੰਡਰ ਜਾਂ ਝੋਟੀਆਂ? ਬਿਹਤਰ ਹੈ ਜੀ ਸਜਰੇ ਮਾਲ ਦੀ ਸ਼ੁਰੂ ਕਰੇ, ਕਨਾਲ ਮਹਿੰਗਾਈ ਬਹੁਤ ਜ਼ਿਆਦਾ, ਕਨਾਲ ਉਹਨਾਂ ਫੰਡਰਾਂ ਨੂੰ ਕਿੱਥੋਂ ਪਾਏ ਬਿਲਾ। ਠੀਕ ਹੈ, ਯਾਨੀ ਕਿ ਨਾਲ ਉਹਦਾ ਸਰਕਟ ਚੱਲਦਾ ਰਹੇ। ਹਾਂਜੀ ਠੀਕ ਹੈ ਭਾਈ ਜਾਨ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਅੱਛੀ ਮਾਲੂਮਾਤ ਦਸੀਆਂ ਨੇ। ਅੱਲਾ ਹਾਫਿਜ਼।